ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। ਅੱਜ ਆਪਾਂ ਗੱਲ ਕਰਾਂਗੇ ਆਰਡੂਇਨੋ ਦੇ ਹਾਰਡਵੇਅਰ ਕੰਪੋਨੈਂਟਸ ਦੇ ਬਾਰੇ ਵਿੱਚ। ਤੇ ਜੇ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਹੈਗਾ ਤਾਂ ਤੁਸੀਂ ਇਸ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਹੋ। ਤੇ ਆ ਹੈਗੀ ਹੈ USB ਟਾਈਪ B ਪੋਰਟ। ਜਦੋਂ ਆਪਾਂ ਇਹਨੂੰ ਪ੍ਰੋਗਰਾਮ ਕਰਦੇ ਹਾਂ ਮਤਲਬ ਆ ਤਾਰ ਦੇ ਰਾਹੀਂ, ਤਾਂ ਆ ਜਿਹੜੀ ਪੋਰਟ ਹੈ ਇਹ USB ਟਾਈਪ B ਹੈ ਤੇ ਆ USB ਟਾਈਪ A ਹੈ। ਇਹਨੂੰ ਆਪਾਂ ਆ ਪਾਸੇ ਨੂੰ ਲੈਪਟਾਪ ਨਾਲ ਲਾ ਦਿੰਦੇ ਹਾਂ, ਆਹ ਵਾਲੇ ਪਾਸੇ ਨੂੰ ਆਪਾਂ ਆਰਡੂਇਨੋ ਨਾਲ ਲਾਉਂਦੇ ਹਾਂ। ਤਾਂ ਆ ਹੈਗਾ ਜੀ ਇੱਕ ਫਿਊਜ਼। ਇਹ ਫਿਊਜ਼ ਦਾ ਕੰਮ ਹੁੰਦਾ ਜਿਵੇਂ ਆਪਣੇ ਘਰਾਂ 'ਚ MCBs ਲੱਗੇ ਹੁੰਦੇ ਨੇ ਜਾਂ ਫਿਊਜ਼ ਹੁੰਦੇ ਨੇ, ਵੀ ਜਦੋਂ ਸ਼ਾਰਟ ਸਰਕਟ ਹੋਣ ਲੱਗੇ ਜਾਂ ਪਾਵਰ ਸਪਲਾਈ ਦਾ ਓਵਰਲੋਡ ਆਵੇ ਤਾਂ ਇਹ ਫਿਊਜ਼ ਉੱਡ ਜਾਂਦਾ ਤੇ ਬਾਕੀ ਸਾਰਾ ਸਰਕਟ ਸੇਫ ਰਹਿੰਦਾ। ਤਾਂ ਇਹਦਾ ਵੀ ਉਹੀ ਕੰਮ ਹੈ। ਆ ਹੈਗਾ ਇੱਕ ਕ੍ਰਿਸਟਲ ਓਸੀਲੇਟਰ। ਇਹ 16 ਮੈਗਾਹਰਟਜ਼ ਦਾ ਹੈਗਾ ਤੇ 16 ਮੈਗਾਹਰਟਜ਼ ਮਤਲਬ ਵੀ ਇਹ 16 ਮਿਲੀਅਨ ਟਾਈਮਜ਼ ਇੱਕ ਸੈਕਿੰਡ ਦੇ ਵਿੱਚ ਟਿਕ ਕਰਦਾ। ਤੇ ਜਿਹੜੀ ਇੱਕ ਟਿਕ ਹੁੰਦੀ ਹੈ ਮਤਲਬ ਜਦੋਂ ਇਹ ਕ੍ਰਿਸਟਲ ਓਸੀਲੇਟਰ ਇੱਕ ਵਾਰੀ ਟਿਕ ਕਰੂਗਾ ਤਾਂ ਇੱਕ ਆਪਰੇਸ਼ਨ ਪਰਫਾਰਮ ਕਰੂਗਾ। ਉਹ ਐਡੀਸ਼ਨ ਜਾਂ ਸਬਟਰੈਕਸ਼ਨ ਦਾ ਕੁਝ ਵੀ ਹੋ ਸਕਦਾ, ਤਾਂ ਇੱਕ ਆਪਰੇਸ਼ਨ ਪਰਫਾਰਮ ਕਰਦਾ ਇੱਕ ਟਿਕ ਤੇ ਇਹੋ ਜਿਹੀਆਂ 16 ਮਿਲੀਅਨ ਟਿਕਸ ਇੱਕ ਸੈਕਿੰਡ ਦੇ ਵਿੱਚ ਕਰਦਾ। ਬੇਸਿਕਲੀ ਇਹ ਕਲੌਕ ਦਾ ਕੰਮ ਕਰਦਾ ਇਹ ਪੂਰੇ ਮਾਈਕਰੋ ਕੰਟਰੋਲਰ ਲਈ। ਤੇ ਆ ਹੈਗਾ DC ਪਾਵਰ ਜੈਕ। ਇਹਦੇ ਨਾਲ ਆਪਾਂ ਪਾਵਰ ਸਪਲਾਈ ਦਿੰਦੇ ਆ। ਹੋ ਕੀ ਸਕਦਾ ਵੀ ਜਦੋਂ ਆਪਾਂ ਲੈਪਟਾਪ ਨਾਲ ਕਨੈਕਟ ਕਰਤੀ ਆ ਤਾਰ, ਆਹ ਵਾਲਾ ਪਾਸਾ, ਤੇ ਇਹ ਪੂਰੇ ਬੋਰਡ ਨੂੰ ਤਾਂ ਸਪਲਾਈ ਮਿਲ ਹੀ ਜਾਣੀ ਹੈ ਤੇ ਨਾਲ ਨਾਲ ਆਪਾਂ ਕੋਡ ਵੀ ਅਪਲੋਡ ਕਰ ਸਕਦੇ ਹਾਂ। ਪਰ ਉਸ ਤੋਂ ਬਾਅਦ ਜੇ ਆਪਾਂ ਚਾਹੁੰਦੇ ਹਾਂ ਵੀ ਆਰਡੂਇਨੋ ਆਪਣਾ ਪਾਵਰ ਉਹਦੀ ਔਨ ਹੋ ਜੇ ਵਾਇਆ ਅਡੈਪਟਰ ਇਨ ਦਾ ਸੈਂਸ ਵੀ ਜਿਵੇਂ ਆਪਾਂ ਫੋਨ ਦੇ ਚਾਰਜਰ ਲਾਉਂਦੇ ਆ ਤਾਂ ਉਵੇਂ ਆਪਾਂ ਇਹਦੇ ਵਿੱਚ ਤਾਰ ਲਾ ਸਕਦੇ ਹਾਂ ਤੇ ਇਹਨੂੰ ਪਾਵਰ ਸਪਲਾਈ ਮਿਲ ਜੂਗੀ। ਇਹ ਜੈਕ ਨੂੰ ਚਾਹੀਦੀ ਹੈ 7 ਤੋਂ 12 ਵੋਲਟ DC ਸਪਲਾਈ। ਤੇ ਜੇ ਫੋਰ ਐਗਜ਼ਾਮਪਲ ਇੱਥੇ 12 ਵੋਲਟ ਆਈ ਤਾਂ ਫਿਰ ਇਹ ਵੋਲਟੇਜ ਰੈਗੂਲੇਟਰ ਹੈ। ਇਹ ਵੋਲਟੇਜ ਰੈਗੂਲੇਟਰ ਨੇ ਕੰਮ ਕਰਨਾ ਵੀ 12 ਵੋਲਟ ਤੋਂ 5 ਵੋਲਟ ਬਣਾ ਦੇਣਾ। ਤੇ ਉਹਦੇ ਨਾਲ ਇੱਕ ਤਾਂ ਆ ਜਿਹੜੀ 5 ਵੋਲਟ ਵਾਲੀ ਪਿੰਨ ਹੈ ਇੱਥੇ ਸਪਲਾਈ ਚਲੀ ਗਈ, ਇੱਕ ਪੂਰੇ ਬੋਰਡ ਨੂੰ ਪਾਵਰ ਮਿਲ ਗਈ। ਤੇ ਆ ਜਿਹੜੀ ਇੱਕ ਲੈਗ ਨਾਲ ਇੱਕ ਕਪੈਸਿਟਰ ਕਨੈਕਟਡ ਹੈ, ਦੂਜੀ ਲੈਗ ਨਾਲ ਦੂਜਾ ਕਪੈਸਿਟਰ। ਤਾਂ ਵੋਲਟੇਜ ਰੈਗੂਲੇਟਰ ਨਾਲ ਦੋ ਕਪੈਸਿਟਰ ਜੁੜੇ ਹੋਏ ਨੇ। ਆ ਜਿਹੜੇ ਕਪੈਸਿਟਰ ਨੇ ਇਹ 47 ਮਾਈਕਰੋ ਫੈਰਾਹਰਟ ਦੇ ਕਪੈਸਿਟਰਸ ਨੇ ਤੇ ਇਹਨਾਂ ਦਾ ਕੰਮ ਹੈ ਜਿਹੜੀਆਂ ਰਿਪਲਸ ਹੁੰਦੀਆਂ ਨੇ ਉਹਨਾਂ ਨੂੰ ਫਿਲਟਰ ਆਊਟ ਕਰਨਾ। ਜਦੋਂ ਕਰੰਟ ਸਟੈਡੀ ਨਹੀਂਗਾ ਤਾਂ ਉਹਦੇ ਵਿੱਚ ਕੁਝ ਰਿਪਲਸ ਹੁੰਦੀਆਂ ਨੇ, ਤਾਂ ਇਹ ਕਪੈਸਿਟਰਸ ਉਹਨੂੰ ਫਿਲਟਰ ਆਊਟ ਕਰ ਦਿੰਦੇ ਨੇ। ਤਾਂ ਜੇ ਤੁਸੀਂ ਦੇਖੋ ਆ 3.3 ਵੋਲਟਸ ਦੀ ਵੀ ਇੱਕ ਪਿੰਨ ਹੈ। ਇਹ ਕੀ ਕਰਦੀ ਹੈ ਵੀ ਜਿਹੜਾ ਇੱਥੋਂ 5 ਵੋਲਟ ਬਣੀ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਵੋਲਟੇਜ ਰੈਗੂਲੇਟਰ ਲੱਗਿਆ ਆਹ ਵਾਲਾ, ਤੇ ਇਹਦੇ ਨਾਲ ਫਿਰ ਤੋਂ ਦੋ ਕਪੈਸਿਟਰ ਲੱਗੇ ਨੇ, ਇੱਕ ਆ ਤੇ ਇੱਕ ਆ। ਐਕਚੁਅਲ 'ਚ ਆ ਵੋਲਟੇਜ ਰੈਗੂਲੇਟਰ ਨੇ 3.3 ਵੋਲਟ ਬਣਾ ਕੇ ਇੱਥੇ ਭੇਜ ਦੇਣੀ ਹੈ ਤੇ ਇੱਥੇ ਫਿਰ 3.3 ਵੋਲਟਸ ਦੀ ਸਪਲਾਈ ਆਉਂਦੀ ਹੈ। ਆ ਹੈਗਾ ਰਿਵਰਸ ਕਰੰਟ ਪ੍ਰੋਟੈਕਸ਼ਨ ਡਾਇਡ। ਇਹਦਾ ਕੰਮ ਹੈ ਵੀ ਜੇ ਇੱਧਰੋਂ ਰਿਵਰਸ ਪੋਲੈਰਿਟੀ 'ਚ ਕਰੰਟ ਆ ਜਾਵੇ ਤਾਂ ਸਾਰਾ ਬੋਰਡ ਨਾ ਸੜੇ ਤੇ ਇਹ ਡਾਇਡ ਇੱਥੇ ਹੀ ਰੋਕ ਲੂਗਾ। ਆ ਹੈਗਾ ਇੱਕ ਕੰਪੈਰੇਟਰ। ਇਹਨੂੰ ਵੋਲਟੇਜ ਕੰਪੈਰੇਟਰ ਕਿਹਾ ਜਾਂਦਾ। ਜੇ ਆ ਵੀ ਫਰਜ਼ ਕਰੋ ਵੀ ਤਾਰ ਲੱਗੀ ਹੋਈ ਹੈ ਤੇ ਆ ਵੀ ਤਾਰ ਲੱਗੀ ਹੈ, ਪਰ ਆਰਡੂਇਨੋ ਨੂੰ ਤਾਂ ਇੱਕੋ ਹੀ ਸਪਲਾਈ ਚਾਹੀਦੀ ਹੈ ਨਾ, ਤਾਂ ਫਿਰ ਹੋਊਗਾ ਕੀ ਵੀ ਆ ਜਿਹੜਾ ਕੰਪੈਰੇਟਰ ਹੈ ਇਹ ਦੇਖੂਗਾ ਵੀ ਕਿਹੜੇ ਪਾਸਿਓਂ ਵੋਲਟੇਜ ਮਤਲਬ ਵਧੀਆ ਤਰ੍ਹਾਂ ਆ ਰਹੀ ਹੈ। ਜਿਹੜੇ ਪਾਸਿਓਂ ਆਊਗੀ ਉਹ ਸਪਲਾਈ ਨੂੰ ਲੈ ਲੂਗਾ, ਦੂਜੀ ਨੂੰ ਇਗਨੋਰ ਕਰ ਦੂਗਾ। ਤੇ ਆ ਗਈ VIN ਪੋਰਟ। VIN ਦਾ ਕੰਮ ਹੁੰਦਾ ਵੀ ਜਿਵੇਂ ਇੱਧਰ ਵੀ ਨਹੀਂ ਆਪਾਂ ਤਾਰ ਲਾਉਣੀ, ਆ ਵੀ ਆਪਾਂ ਸਪਲਾਈ ਨਹੀਂ ਦੇਣੀ, ਆਪਾਂ ਆਰਡੂਇਨੋ ਨੂੰ ਬੈਟਰੀ ਨਾਲ ਚਲਾਉਣਾ। ਤਾਂ ਫਿਰ ਕਰਦੇ ਕੀ ਆ ਵੀ ਬੈਟਰੀ ਦਾ ਪੋਜ਼ਿਟਿਵ ਟਰਮੀਨਲ VIN 'ਚ ਦੇਤਾ ਮਤਲਬ ਵੋਲਟੇਜ ਇਨਪੁੱਟ, ਤੇ ਜਿਹੜੀ ਨੈਗੇਟਿਵ ਵਾਲੀ ਤਾਰ ਹੈ ਬੈਟਰੀ ਦੀ ਉਹ ਗਰਾਊਂਡ ਪੋਰਟ 'ਚ ਇੱਥੇ ਲਾਤੀ। ਤਾਂ VIN ਵੋਲਟੇਜ, ਤਾਂ ਇਹ ਗਰਾਊਂਡ ਹੋ ਗਈ, ਇਹ ਵੀ ਗਰਾਊਂਡ। ਇਹ 5 ਵੋਲਟ ਆਊਟਪੁੱਟ ਹੈ, ਇਹ 3.3 ਵੋਲਟਸ ਦੀ ਆਊਟਪੁੱਟ। ਆ ਰੀਸੈਟ ਦੀ ਪਿੰਨ ਹੈ। ਇਹਦਾ ਕੰਮ ਆਹੀ ਬਟਨ ਵਾਲਾ, ਜਿਵੇਂ ਆ ਇੱਕ ਰੀਸੈਟ ਬਟਨ ਹੈ ਤੇ ਜਦੋਂ ਆਪਾਂ ਇਹਨੂੰ ਨੱਪਦੇ ਹਾਂ ਜਾਂ ਫਿਰ ਇਹਨੂੰ ਹਾਈ ਕਰਾਉਂਦੇ ਹਾਂ ਰੀਸੈਟ ਪਿੰਨ ਨੂੰ, ਤਾਂ ਜਿਹੜਾ ਕੋਡ ਹੈ ਉਹ ਪਹਿਲੀ ਲਾਈਨ ਤੋਂ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ। ਉਹਦੇ ਨਾਲ ਕੋਡ ਇਰੇਜ਼ ਨਹੀਂ ਹੁੰਦਾ, ਪਹਿਲੀ ਲਾਈਨ ਤੋਂ ਦੁਬਾਰਾ ਤੋਂ ਐਗਜ਼ੀਕਿਊਟ ਹੁੰਦਾ। ਤੇ ਉਸ ਤੋਂ ਬਾਅਦ ਆ ਗਈ ਆ ਇਨਪੁੱਟ ਆਊਟਪੁੱਟ ਰੈਫਰੈਂਸ ਪਿੰਨ। ਇਹਨੂੰ ਆਪਾਂ ਬਹੁਤ ਘੱਟ ਵਰਤਦੇ ਹਾਂ, ਪਰ ਇਹਨੂੰ ਉਦੋਂ ਦੱਸੂਗਾ ਜਦੋਂ ਆਪਾਂ ਇਹ ਰੈਫਰੈਂਸ ਪਿੰਨ ਬਾਰੇ ਸਮਝਾਂਗੇ। ਇਹਨਾਂ ਦਾ ਕੰਮ ਸਿਮਿਲਰ ਜਿਹਾ ਹੀ ਹੈ। ਤੇ ਉਸ ਤੋਂ ਬਾਅਦ ਆ ਪਿੰਨ ਆ ਗਈ, ਇਹ ਖਾਲੀ ਹੁੰਦੀ ਹੈ, ਇਹਦੇ 'ਚ ਕੋਈ ਕਨੈਕਸ਼ਨ ਨਹੀਂ। ਤੇ ਆ A0 ਤੋਂ ਲੈ ਕੇ A5 ਤੱਕ ਆ ਗਈਆਂ ਐਨਾਲੌਗ ਇਨਪੁੱਟ ਪਿੰਸ। ਇਹਨਾਂ 'ਚ ਆਪਾਂ ਸੈਂਸਰ ਕਨੈਕਟ ਕਰਦੇ ਹਾਂ ਤੇ ਜਿਨ੍ਹਾਂ ਤੋਂ ਆਪਾਂ ਨੂੰ ਐਨਾਲੌਗ ਵੈਲਿਊਜ਼ ਚਾਹੀਦੀਆਂ ਨੇ। ਫੋਰ ਐਗਜ਼ਾਮਪਲ ਜਿਵੇਂ ਟੈਂਪਰੇਚਰ ਸੈਂਸਰ ਜਾਂ ਹਿਊਮਿਡਿਟੀ ਸੈਂਸਰ। ਤਾਂ ਹੁੰਦਾ ਕੀ ਹੈ ਵੀ ਇਹਦੇ ਵਿੱਚ ਆ ਜਿਹੜੀਆਂ ਪਿੰਨਾਂ ਨੇ ਇਹਦੇ ਨਾਲ 10 ਬਿਟ ADC ਲੱਗਿਆ ਹੁੰਦਾ, ਮਤਲਬ ਐਨਾਲੌਗ ਟੂ ਡਿਜੀਟਲ ਕਨਵਰਟਰ। ਤੇ ਉਹਦਾ ਕੰਮ ਹੁੰਦਾ ਵੀ ਉਹ 2 ਰੇਜ਼ ਟੂ ਪਾਵਰ 10 ਵਿਚ ਇਜ਼ ਇਕੁਅਲ ਟੂ 1024 ਮਤਲਬ 1024 ਡਿਵੀਜ਼ਨਸ ਬਣਾ ਦਿੰਦਾ। ਉਹਦੇ ਥਰੂ ਜਿਹੜਾ ਵੀ ਆਪਣਾ ਸੈਂਸਰ ਹੈ ਉਹ ਆਪਣੀ ਰੀਡਿੰਗ
ਆਪਾਂ ਨੂੰ ਸੈਂਡ ਕਰਦਾ ਹੈ, ਮਤਲਬ ਆਪਾਂ ਨੂੰ ਨਹੀਂ, ਆਰਡੀਨੋ ਨੂੰ ਸੈਂਡ ਕਰਦਾ। ਤੇ ਇੱਕ ਹੋਰ ਗੱਲ ਵੀ ਆਹ ਜਿਹੜੀਆਂ ਪਿੰਸ ਨੇ ਨਾ, ਇਹ ਸਿਰਫ ਵੋਲਟੇਜ ਨੂੰ ਮੇਜਰ ਕਰਕੇ ਤੇ ਵੋਲਟੇਜ ਦੇ ਸਿਰ ਤੇ ਚੱਲਦੀਆਂ ਨੇ, ਕਿਉਂਕਿ ਇਹਨਾਂ 'ਚ ਇੰਟਰਨਲ ਰੈਜ਼ਿਸਟੈਂਸ ਬਹੁਤ ਹਾਈ ਹੁੰਦੀ ਹੈ, ਤਾਂ ਇੱਥੇ ਕਰੰਟ ਨੂੰ ਕੰਸੀਡਰੇਸ਼ਨ 'ਚ ਨਹੀਂ ਲਿਆ ਜਾਂਦਾ। ਤੇ ਵੋਲਟੇਜ ਵੀ ਐਂ ਦੇਖੀ ਜਾਂਦੀ ਹੈ ਵੀ ਆਹ 5 ਵੋਲਟ ਦੇ ਨਾਲ ਇੱਥੋਂ ਕੰਪੇਅਰ ਕਰ ਲਿਆ ਵੀ ਇੱਥੇ ਜਿੰਨਾ ਵੀ ਸਿਗਨਲ ਆ ਰਿਹਾ, ਫੋਰ ਐਗਜ਼ਾਮਪਲ 2.2 ਵੋਲਟ ਤੇ ਇੱਥੇ 5 ਵੋਲਟ ਹੈ, ਤਾਂ ਇਹਦੇ ਨਾਲ ਕੰਪੇਅਰ ਕਰਕੇ ਉਹ ਹਿਸਾਬ ਲਾ ਲੈਂਦਾ ਜਿਹੜਾ ਮਾਈਕਰੋ ਕੰਟਰੋਲਰ ਵੀ ਰੀਡਿੰਗ ਕਿੰਨੀ ਹੈ। ਆਹ ਜਿਹੜੀਆਂ 6 ਹੈਡਰ ਪਿੰਸ ਨੇ, ਇਹਨਾਂ ਨੂੰ ਇੱਥੇ ਲਿਖਿਆ ਹੋਇਆ ਹੈ ICSP, ਤੇ ਇਹਦੀ ਫੁੱਲ ਫਾਰਮ ਹੁੰਦੀ ਹੈ ਇਨ ਸਰਕਿਟ ਸੀਰੀਅਲ ਪ੍ਰੋਗਰਾਮਰ ਪਿੰਸ। ਇਹਨਾਂ ਦੇ 3 ਕੰਮ ਨੇ। ਪਹਿਲਾ ਕੰਮ ਵੀ ਆਹ ਪਿੰਨਾਂ ਦੇ ਰਾਹੀਂ ਆਪਾਂ ਇਹ ਮਾਈਕਰੋ ਕੰਟਰੋਲਰ ਦੇ ਵਿੱਚ ਜਿਹੜਾ ਬੂਟ ਲੋਡਰ ਹੈ ਉਹਨੂੰ ਅਪਲੋਡ ਕਰ ਸਕਦੇ ਹਾਂ। ਅਸਲ ਦੇ ਵਿੱਚ ਜਿਵੇਂ ਆਹ ਇੱਕ IC ਹੈ, ਤੇ ਜੇ ਇਹਨੂੰ ਕੰਪਨੀ ਤੋਂ ਆਪਾਂ ਸਿੱਧਾ ਇਹਦੇ ਵਿੱਚ ਲਾਉਣਾ ਚਾਹੀਏ ਤਾਂ ਇਹ ਨਹੀਂ ਚੱਲੂਗਾ। ਇਹਨੂੰ ਇੱਕ ਇਨੀਸ਼ੀਅਲੀ ਆਪਾਂ ਨੂੰ ਕੋਡ ਇਹ 'ਚ ਬਰਨ ਕਰਨਾ ਪਊਗਾ, ਉਹਨੂੰ ਕਿਹਾ ਜਾਂਦਾ ਬੂਟ ਲੋਡਰ, ਤੇ ਉਹਨੂੰ ਜੇ ਆਪਾਂ ਬਰਨ ਕਰਾਉਣਾ ਤਾਂ ਆਪਾਂ ਆਹ ਪਿੰਨਾਂ ਨੂੰ ਵਰਤਦੇ ਹਾਂ। ਇਹ ਪਹਿਲਾ ਕੰਮ। ਦੂਜਾ ਕੰਮ, ਇਹ ਪਿੰਨਾਂ ਨੂੰ ਵਰਤ ਕੇ ਆਪਾਂ ਮਾਸਟਰ ਸਲੇਵ ਸਰਕਟ ਬਣਾ ਸਕਦੇ ਹਾਂ। ਮਤਲਬ ਇੱਕ ਆਰਡੀਨੋ ਆ ਤੇ ਇਹਦੇ ਨਾਲ ਜੇ 3 ਹੋਰ ਆਰਡੀਨੋ ਜੋੜਨੇ ਨੇ ਤਾਂ ਮਾਸਟਰ ਸਲੇਵ ਦੇ ਫਾਰਮ 'ਚ ਆਪਾਂ ਇਹ ਪਿੰਨਾਂ ਨੂੰ ਵਰਤ ਸਕਦੇ ਹਾਂ। ਤੇ ਤੀਜਾ ਕੰਮ ਵੀ ਆਹ ਪਿੰਨਾਂ SPI ਪ੍ਰੋਟੋਕੋਲ ਨੂੰ ਵੀ ਸਪੋਰਟ ਕਰਦੀਆਂ ਨੇ। SPI ਮਤਲਬ ਸੀਰੀਅਲ ਪੈਰੀਫੇਰਲ ਇੰਟਰਫੇਸ। ਤਾਂ ਆਹ ਪਿੰਨਾਂ ਦੇ ਨਾਲ ਜਿਵੇਂ ਕੋਈ ਹੋਰ ਮੋਡਿਊਲ ਲੱਗਿਆ ਹੋਇਆ ਨਾ ਕਿਸੇ ਬੋਰਡ ਤੇ, ਇੱਕ CCAM ਆਉਂਦਾ। ਉਹ CCAM ਕੀ ਹੁੰਦਾ, ਇੱਕ ਕੈਮਰਾ ਹੁੰਦਾ ਤੇ ਉਹਦੇ ਵਿੱਚ ਇੱਕ ਵੱਖਰਾ ਮੋਡਿਊਲ ਹੁੰਦਾ। ਉਹਨੂੰ ਜੇ ਆਪਾਂ ਕਨੈਕਟ ਕਰਨਾ ਹੈ ਜਾਂ ਉਹੋ ਜਿਹੇ ਕੁਝ ਹੋਰ ਸੈਂਸਰਸ ਨੂੰ, ਤਾਂ ਆਪਾਂ ਫਿਰ ਇਹ ਪਿੰਨਾਂ ਨੂੰ ਵਰਤਦੇ ਹਾਂ। ਤੇ ਆ ਗਿਆ ਇਹਦਾ ਦਿਮਾਗ, ਮਤਲਬ ਆਰਡੀਨੋ ਦਾ ਵਨ ਆਫ ਦਾ ਮੋਸਟ ਇੰਪੋਰਟੈਂਟ ਕੰਪੋਨੈਂਟਸ। ਤਾਂ ਇਹ ਹੈਗਾ ਜੀ ਮਾਈਕਰੋ ਕੰਟਰੋਲਰ। ਇਹ ਐਕਚੁਅਲ 'ਚ ਐਟਮੈਗਾ 328 ਹੈ ਤੇ ਇਹਨੂੰ ਐਟਮੈਲ ਕੰਪਨੀ ਬਣਾਉਂਦੀ ਹੈ। ਐਟਮੈਲ ਕੰਪਨੀ ਬਹੁਤ ਮਸ਼ਹੂਰ ਹੈ, ਇਹਦੇ 'ਚ ਆਪਾਂ ਦੇਖ ਵੀ ਸਕਦੇ ਹਾਂ ਵੀ ਐਟਮੈਗਾ 328। ਤੇ ਆ ਜਿਹੜਾ ਮਾਈਕਰੋ ਕੰਟਰੋਲਰ ਹੈ, ਇਹਦੀਆਂ 28 ਪਿੰਨਾਂ ਨੇ ਤੇ ਫਲੈਸ਼ ਮੈਮਰੀ ਹੈਗੀ ਹੈ 32 KB ਦੀ, ਜੋ ਕਿ ਬਹੁਤ ਜ਼ਿਆਦਾ ਹੁੰਦੀ ਹੈ। ਮਤਲਬ ਆਪਾਂ 100 ਲਾਈਨਾਂ ਲਿਖ ਕੇ ਵੀ 1% ਮੈਮਰੀ ਵੀ ਨਹੀਂ ਕੰਜ਼ਿਊਮ ਹੁੰਦੀ। ਤਾਂ 32 KB ਦੀ ਫਲੈਸ਼ ਮੈਮਰੀ ਹੈ, ਰੈਮ ਹੈਗੀ 2 KB ਦੀ ਤੇ 1 KB ਦੀ EEROM। ਤੇ ਆ ਗਈਆਂ ਫਿਰ 0 ਤੋਂ ਲੈ ਕੇ 13 ਤੱਕ ਡਿਜੀਟਲ ਪਿੰਸ। ਜਿਹੜੀਆਂ ਡਿਜੀਟਲ ਪਿੰਸ ਹੁੰਦੀਆਂ ਨੇ, ਇਹਨਾਂ ਨੂੰ ਆਪਾਂ ਡਿਜੀਟਲ ਇਨਪੁਟਸ ਜਾਂ ਡਿਜੀਟਲ ਆਊਟਪੁੱਟਸ ਲੈਣ ਲਈ ਵਰਤਦੇ ਹਾਂ। ਜੇ ਡਿਜੀਟਲ ਆਊਟਪੁੱਟ ਦੇਣੀ ਹੋਵੇ ਤਾਂ ਜੇ ਆਪਾਂ 0 ਦੀ ਵੈਲਿਊ ਦਿੰਦੇ ਹਾਂ ਇਹਨੂੰ, ਆਹ ਪਿੰਨਾਂ ਨੂੰ, ਤਾਂ ਫਿਰ 0 ਵੋਲਟ ਸਪਲਾਈ ਹੁੰਦੀ ਹੈ, ਤੇ ਜੇ ਆਪਾਂ 1 ਦੀ ਵੈਲਿਊ ਦਿੰਦੇ ਹਾਂ ਤਾਂ ਫਿਰ 5 ਵੋਲਟ। ਕਹਿਣ ਦਾ ਮਤਲਬ ਵੀ ਜਾਂ ਚੀਜ਼ ਆਪਣੀ, ਜਿਵੇਂ ਇੱਕ ਮੋਟਰ ਹੈ ਤਾਂ ਜਾਂ ਤਾਂ ਉਹ ਘੁੰਮੂਗੀ ਨਹੀਂ ਤੇ ਜਾਂ ਉਹ ਆਪਣੀ ਪੂਰੀ ਸਪੀਡ 'ਤੇ ਘੁੰਮੂਗੀ। ਪਰ ਜੇ ਆਪਾਂ ਉਹਨੂੰ ਅੱਧੀ ਸਪੀਡ 'ਤੇ ਘੁਮਾਉਣਾ ਹੋਏ ਫਿਰ ਆਪਾਂ ਵਰਤਦੇ ਹਾਂ ਆਹ ਪਿੰਸ, ਜਿੱਥੇ ਆਹ ਸਾਈਨ ਲੱਗਿਆ, ਮਤਲਬ ਕਿ 3 5 6 9 10 11। ਇਹ ਪਿੰਸ 'ਤੇ ਆਪਾਂ ਕਰਦੇ ਹਾਂ ਪਲਸ ਵਿਡਥ ਮੋਡੂਲੇਸ਼ਨ। ਉਹਦੇ ਨਾਲ ਹੁੰਦਾ ਕੀ ਹੈ ਕਿ ਆਪਾਂ ਵੋਲਟੇਜ ਨੂੰ ਕੰਟਰੋਲ ਕਰ ਸਕਦੇ ਹਾਂ। ਮਤਲਬ ਇੱਕ ਫਾਰਮ ਆਫ ਐਨਾਲੌਗ ਆਊਟਪੁੱਟ ਸਿਗਨਲ ਹੀ ਕਹਿ ਲਓ, ਬਟ ਥੋੜ੍ਹਾ ਜਿਹਾ ਡਿਫਰੈਂਟ ਹੈ, ਸਮਝਣ ਲਈ ਠੀਕ ਹੈ। ਤਾਂ ਆਪਾਂ ਜਿਵੇਂ ਜੇ ਮੋਟਰ ਨੂੰ 2.5 ਵੋਲਟ ਦੇਵਾਂਗੇ ਤਾਂ ਉਹ ਅੱਧੀ ਸਪੀਡ 'ਤੇ ਮਤਲਬ ਘੁੰਮੂਗੀ। ਤੇ ਐਵੇਂ ਹੀ ਆਪਾਂ ਜਿਹੜੀਆਂ LEDs ਨੇ ਉਹਨਾਂ ਨੂੰ ਫੇਡ ਕਰਾ ਸਕਦੇ ਹਾਂ, ਮਤਲਬ ਉਹਨਾਂ ਦੀ ਬਰਾਈਟਨੈਸ ਘਟਾ ਵਧਾ ਸਕਦੇ ਹਾਂ ਆ PWM ਨਾਲ। ਤੇ ਇਹ ਪਿੰਨਾਂ ਵੀ ਬਹੁਤ ਇੰਪੋਰਟੈਂਟ ਨੇ। ਉਸ ਤੋਂ ਬਾਅਦ ਆ ਇੱਕ ਗਰਾਊਂਡ ਪਿੰਨ ਆ ਗਈ, ਤੇ ਫਿਰ ਆ ਗਈ A ਰੈਫਰੈਂਸ। ਇਹ ਪਿੰਨ ਖਾਸ ਪਿੰਨ ਹੈ ਕਾਫੀ। ਤੇ A ਰੈਫਰੈਂਸ ਦਾ ਮਤਲਬ ਹੁੰਦਾ ਐਨਾਲੌਗ ਰੈਫਰੈਂਸ। ਇਹਨੂੰ ਹੁਣ ਐਂ ਸਮਝੋ ਵੀ ਜਦੋਂ ਆਪਾਂ ਇੱਥੇ ਬਹੁਤ ਸਾਰੇ ਸੈਂਸਰ ਲਾਤੇ ਤੇ ਇੱਧਰ ਵੀ ਆਪਾਂ ਆਊਟਪੁੱਟਸ ਦੇ ਦਿੱਤੀਆਂ, ਤਾਂ ਕਈ ਵਾਰੀ ਐਕਚੁਅਲ ਦੇ ਵਿੱਚ ਇਹ ਮਾਈਕਰੋ ਕੰਟਰੋਲਰ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ 5 ਵੋਲਟ ਹੈ। ਮਤਲਬ ਕਿ ਜੇ ਇੱਥੇ ਕਾਫੀ ਸਾਰੇ ਸੈਂਸਰ ਨੇ, ਉਹਨਾਂ ਨੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਨਾਲ ਕੰਪੇਅਰ ਕਰਨੀ ਹੈ ਵੈਲਿਊ, ਪਰ ਜੇ ਨਹੀਂ ਪਤਾ ਲੱਗਿਆ ਉਹਨਾਂ ਨੂੰ ਤਾਂ ਫਿਰ ਐਰਰ ਜਨਰੇਟ ਹੋਊਗਾ। ਤਾਂ ਉਹ ਐਰਰ ਨੂੰ ਆਪਾਂ ਮਿਨੀਮਾਈਜ਼ ਕਰਨ ਲਈ ਜਿਹੜੀ ਆ A ਰੈਫਰੈਂਸ ਪਿੰਨ ਹੈ, ਇਹਦੇ ਵਿੱਚ ਬਾਹਰੋਂ ਦੀ 5 ਵੋਲਟ ਦਾ ਸਿਗਨਲ ਦੇ ਦਿੰਦੇ ਆ ਵੀ ਜੇ ਇਹਨਾਂ ਨੇ ਸੈਂਸਰਾਂ ਨੇ ਕੰਪੇਅਰ ਕਰਨਾ ਜਾਂ ਮਾਈਕਰੋ ਕੰਟਰੋਲਰ ਨੇ ਹੀ ਦੇਖਣਾ ਵੀ ਇਨਪੁੱਟ ਕਿੰਨੀ ਹੈ, ਸਾਰੇ ਕੈਲਕੂਲੇਸ਼ਨ ਉਹਦੇ ਹਿਸਾਬ ਨਾਲ ਹੀ ਹੋਣੀ ਹੈ, ਤਾਂ ਫਿਰ ਆਪਾਂ ਐਨਾਲੌਗ ਰੈਫਰੈਂਸ ਤੇ 5 ਵੋਲਟ ਦੇ ਦਿੰਦੇ ਆ, ਤਾਂ ਇਹ ਰੈਫਰੈਂਸ ਮੰਨ ਲੈਂਦਾ ਉਹਨੂੰ। ਤੇ ਆ ਜਿਹੜੀਆਂ ਪਿੰਸ ਨੇ ਇਹ ਦੁਬਾਰਾ ਤੋਂ ICSP ਪਿੰਸ ਨੇ, ਮਤਲਬ ਇਨ ਸਰਕਿਟ ਸੀਰੀਅਲ ਪ੍ਰੋਗਰਾਮਰ ਪਿੰਸ। ਐਕਚੁਅਲ 'ਚ ਇਹਨਾਂ ਦਾ ਕੰਮ ਇੱਧਰ ਹੋਰ ਹੈ। ਇਹਦੇ 'ਚ 3 ਕੰਮ ਹੋ ਸਕਦੇ ਨੇ। ਪਹਿਲਾ ਤਾਂ ਸੇਮ ਹੈ ਵੀ ਮਾਸਟਰ ਸਲੇਵ ਸਰਕਿਟ ਬਣਾ ਲਓ ਇਹਦੇ ਨਾਲ। ਦੂਜਾ ਕੰਮ ਹੈ ਵੀ ਜਿਹੜਾ ਆ USB ਚਿਪ ਹੈ, ਮਤਲਬ ਇਹ USB ਇੰਟਰਫੇਸ ਚਿਪ ਹੁੰਦੀ ਹੈ, ਜੇ ਆਪਾਂ ਇਹਦੇ ਨਾਲ ਛੇੜਛਾੜ ਕਰਨੀ ਹੈ ਤਾਂ ਵੀ ਆਪਾਂ ਨੂੰ ਆਹ ਪਿੰਨਾਂ ਦੇ ਨਾਲ ਕਰਨੀ ਪਊਗੀ, ਵੀ ਜੇ ਇਹਦੇ ਵਿੱਚ ਆਪਾਂ ਕੋਈ ਕੋਡ ਨੂੰ ਡਿਫਰੈਂਸ਼ੀਏਟ ਕਰਨਾ। ਐਕਚੁਅਲ 'ਚ ਆ ਜਿਵੇਂ ਤਾਰਾਂ ਨੇ ਇੱਧਰ ਲੱਗ ਗਈਆਂ, ਦੂਜੇ ਪਾਸੇ ਵਾਲੀਆਂ ਤਾਰਾਂ ਆ ਇੱਕ ਮੋਡੀਊਲ ਆਉਂਦਾ ਇਹਦੇ ਨਾਲ ਲੱਗਦੀਆਂ ਨੇ। ਆਹ ਵਾਲਾ ਮੋਡੀਊਲ ਇੱਕ ਪਾਸਾ ਲੈਪਟਾਪ ਨਾਲ ਜੋੜਦਾ ਤੇ ਦੂਜਾ ਇੱਧਰ। ਇਹਦੇ ਨਾਲ ਆਪਾਂ ਇਹਦੇ ਨਾਲ ਕੋਈ ਵੀ ਕੋਡ ਪੁਸ਼ ਕਰਾ ਸਕਦੇ ਹਾਂ, ਤੇ ਇਹਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜੇ ਤਾਂ ਫਿਰ ਆਹ ਪਿੰਨਾਂ ਵਰਤਦੇ ਹਾਂ। ਤੇ ਆ ਜਿਹੜੀ USB ਇੰਟਰਫੇਸ ਚਿਪ ਹੈ, ਇਹ TTL ਟੂ ਸੀਰੀਅਲ ਕਨਵਰਟਰ ਵਾਂਗੂ ਕੰਮ ਕਰਦੀ ਹੈ। ਮਤਲਬ ਕਿ ਜੇ ਮੋਟੀ ਭਾਸ਼ਾ ਸਮਝੀਏ
ਤਾਂ ਜਿਹੜਾ ਇਧਰੋਂ ਕੋਡ ਆਇਆ ਲੈਪਟਾਪ ਨੇ ਭੇਜਿਆ ਉਹ ਸਿੱਧਾ ਮਾਈਕਰੋ ਕੰਟਰੋਲਰ ਨੂੰ ਸਮਝ ਨਹੀਂ ਆਉਣਾ, ਤਾਂ ਇਹ ਜਿਹੜੀ ਚਿਪ ਹੈ ਇਹਨੇ ਸੀਰੀਅਲ ਕੋਡ 'ਚ ਬਣਾ ਕੇ ਇਹਨੂੰ ਸੈਂਡ ਕਰਨਾ, ਤਾਂ ਫਿਰ ਮਾਈਕਰੋ ਕੰਟਰੋਲਰ ਸਮਝੂਗਾ। ਮਤਲਬ ਕੋਡ ਇਧਰੋਂ ਇੱਧਰ ਜਾਂਦਾ, ਇੱਥੋਂ ਇੱਥੇ। ਐਵੇਂ ਹੀ ਆਪਾਂ ਜੇ ਆਪਾਂ ਇਹਦੇ ਨਾਲ ਨਹੀਂ ਪ੍ਰੋਗਰਾਮ ਕਰਨਾ ਜਾਂ ਇਹਦੇ ਨਾਲ ਆਪਾਂ ਕੋਡ ਨਹੀਂ ਅਪਲੋਡ ਕਰਨਾ, ਆਹ ਪਿੰਨਾਂ ਵੀ ਵਰਤ ਸਕਦੇ ਹਾਂ ਆਰਡੀਨੋ ਨੂੰ ਪ੍ਰੋਗਰਾਮ ਕਰਨ ਲਈ। ਤਾਂ ਫਿਰ ਆਪਾਂ ਇੱਧਰ ਕੋਡ ਪੁਸ਼ ਕੀਤਾ, ਕੋਡ ਇੱਧਰੋਂ ਇੱਧਰ ਆਇਆ ਤੇ ਫਿਰ ਇੱਧਰ ਚਲਾ ਗਿਆ। ਇਹ ਪਹਿਲਾ ਕੰਮ। ਦੂਜਾ ਕੰਮ ਹੋ ਗਿਆ ਵੀ ਇਹ ਜਿਹੜੀ ਚਿਪ ਹੈ ਇਹਦੇ ਨਾਲ ਜੇ ਛੇੜਛਾੜ ਕਰਨੀ ਹੈ ਤਾਂ ਵੀ ਆ। ਤੇ ਤੀਜਾ ਮਾਸਟਰ ਸਲੇਵ ਸਰਕਟ ਬਣਾਉਣ ਲਈ। ਉਸ ਤੋਂ ਬਾਅਦ ਆ ਜਿਵੇਂ TX ਤੇ RX ਇੱਥੇ ਲੇਬਲਿੰਗ ਹੋਈ ਵੀ ਹੈ ਵੀ ਆਹ ਜਿਹੜੀ ਪਿੰਨ ਹੈ 1, ਇਹ ਐਕਚੁਅਲ 'ਚ ਕੀ ਕਰਦੀ ਹੈ ਵੀ ਜੇ ਆਪਾਂ ਡਾਟਾ ਪੁਸ਼ ਕਰਨਾ ਤਾਂ ਇਹ 'ਚ ਟਰਾਂਸਮਿਟਰ ਪਿੰਨ ਵਰਤਦੇ ਆ, ਤੇ ਜੇ ਰਿਸੀਵ ਕਰਨਾ ਤਾਂ ਇਹਨੂੰ RX ਵਰਤਦੇ ਆ। ਜਦੋਂ TX ਪਿੰਨ 'ਚ ਕੋਈ ਟਰਾਂਸਮਿਸ਼ਨ ਮਤਲਬ ਆਪਾਂ ਕੋਈ ਵੈਲਿਊ ਭੇਜਾਂਗੇ ਤਾਂ ਇਹ LED ਬਲਿੰਕ ਕਰੂਗੀ, RX ਵੇਲੇ ਆ ਕਰੂਗੀ। ਤਾਂ ਆ ਜਿਹੜੀਆਂ LEDs ਨੇ ਇਹਨਾਂ ਨੂੰ ਆਪਾਂ ਕਹਿੰਦੇ ਆ ਸਰਫੇਸ ਮਾਊਂਟਡ ਡਿਵਾਈਸਿਸ, SMDs। ਤੇ ਆ ਜਦੋਂ ਆਰਡੀਨੋ ਔਨ ਹੋ ਗਿਆ, ਆ LED ਨੇ ਔਨ ਹੋ ਜਾਣਾ। ਤਾਂ ਜਿਹੜੇ ਬਾਕੀ ਆ ਛੋਟੇ ਛੋਟੇ ਕੰਪੋਨੈਂਟਸ ਨੇ ਨਾ, ਇਹਨਾਂ ਨੂੰ ਦੂਜੇ ਆਰਡੀਨੋ ਤੇ ਸਮਝਦੇ ਆ, ਉਹ ਤੇ ਵਧੀਆ ਸਮਝਾਇਆ। ਹਾਂਜੀ, ਤਾਂ ਜਿਵੇਂ ਇਹਨਾਂ ਨੇ ਇੱਥੇ ਲੇਬਲਿੰਗ ਕੀਤੀ ਹੋਈ ਹੈ ਵੀ R6, R9, R7, ਇਹ ਛੋਟੇ ਛੋਟੇ ਰਜਿਸਟਰਸ ਨੇ। ਆ ਜਿਵੇਂ C1 ਆ ਗਿਆ, ਇਹ ਕਪੈਸਿਟਰ ਨੇ। ਤਾਂ ਇਹ ਰਜਿਸਟਰਸ ਤੇ ਕਪੈਸਿਟਰਸ ਦੇ ਸਰਕਟ ਹੋ ਗਏ। ਉਸ ਤੋਂ ਬਾਅਦ ਓਨਲੀ ਆ LED ਜਿਵੇਂ ਦੱਸਿਆ ਮੈਂ RX, TX। ਤਾਂ ਜਿਹੜੀ L ਵਾਲੀ ਹੈ ਨਾ, ਇਹ 13 ਨੰਬਰ ਪਿੰਨ ਨਾਲ ਕਨੈਕਟਡ ਹੁੰਦੀ ਹੈ ਤੇ ਇਹਦੇ ਵਿੱਚ ਹੀ ਇੰਟਰਨਲ ਰਜਿਸਟਰ ਵੀ ਲੱਗਿਆ ਹੁੰਦਾ ਵੀ ਜੇ ਆਪਾਂ LED ਸਿੱਧੀ ਚਲਾਉਣੀ ਹੈ ਤਾਂ ਇੱਕ ਤਾਂ ਇੱਥੇ ਲਾ ਕੇ ਚਲਾ ਲਓ, ਰਜਿਸਟਰ ਲਾਉਣ ਦੀ ਲੋੜ ਨਹੀਂ। ਦੂਜੀ ਆਪਸ਼ਨ, ਜੇ ਤੁਸੀਂ ਬਲਿੰਕ ਦਾ ਕੋਡ ਸਿੱਧਾ ਪੁਸ਼ ਕਰਾਉਂਦੇ ਹੋ ਆਰਡੀਨੋ 'ਚ ਤਾਂ ਹੋਊਗਾ ਕਿ ਆ ਜਿਹੜੀ LED ਹੈ ਇਹ ਬਲਿੰਕ ਕਰੂਗੀ, ਮਤਲਬ 13 ਨੰਬਰ ਪਿੰਨ ਨਾਲ ਆ ਵੀ ਕਨੈਕਟਡ ਹੁੰਦੀ ਹੈ। ਤੇ ਆ ਜਿਹੜਾ ਇਹਦਾ IC ਹੈ ਇਹ ਵੀ ਐਟਮੈਲ ਵਾਲਿਆਂ ਦਾ ਹੀ ਐਟਮੈਗਾ 328 ਹੈ, ਪਰ ਇਹ ਐਕਚੁਅਲ 'ਚ SMD ਹੈ, ਮਤਲਬ ਸਰਫੇਸ ਮਾਊਂਟਡ ਹੈ। ਤੇ ਆਹ ਦੋ ਪਿੰਨਾਂ ਰਹਿ ਗਈਆਂ ਸੀ, ਜੇ ਤੁਸੀਂ ਧਿਆਨ ਦਿੱਤਾ ਹੋਏ ਉਹਦੇ 'ਚ ਐਕਚੁਅਲ 'ਚ ਲੇਬਲਿੰਗ ਉਹਨਾਂ ਨੇ ਕੀਤੀ ਨਹੀਂ ਹੋਈ। ਇਹ ਰੈਫਰੈਂਸ ਤੋਂ ਬਾਅਦ ਉਹਦੀ ਪਿਛਲੇ ਪਾਸੇ ਲੇਬਲਿੰਗ ਹੈ ਤੇ ਉਹ ਮੈਂ ਢੱਕਿਆ ਹੋਇਆ ਕਿਉਂਕਿ ਸ਼ਾਰਟ ਹੋ ਜਾਂਦਾ ਕਈ ਵਾਰ, ਤਾਂ ਉਹਨੂੰ ਆਪਾਂ ਡਬਲ ਟੇਪ ਲਾ ਕੇ ਤੇ ਇਨਸੂਲੇਟ ਕਰ ਦਿੰਦੇ ਹਾਂ। ਆ ਜਿਹੜੀਆਂ ਦੋ ਪਿੰਸ ਨੇ ਇਹਨੂੰ ਆਪਾਂ ਵਰਤਦੇ ਹਾਂ TWI ਇੰਟਰਫੇਸ ਲਈ। ਜਿਵੇਂ I2C ਇੱਕ ਪ੍ਰੋਟੋਕੋਲ ਹੈ, ਐਵੇਂ TWI ਵੀ ਇੱਕ ਪ੍ਰੋਟੋਕੋਲ ਹੈ, ਉਹਨੂੰ ਕਿਹਾ ਜਾਂਦਾ ਟੂ ਵਾਇਰ ਇੰਟਰਫੇਸ। ਤੇ ਆਹ ਪ੍ਰੋਟੋਕੋਲ ਨਾਲ ਮਤਲਬ ਦੋ ਤਾਰਾਂ ਦੇ ਨਾਲ ਆਪਾਂ ਬਹੁਤ ਸਾਰੇ ਸੈਂਸਰਸ ਤੇ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ, ਜਿਵੇਂ ਕਿ I2C 'ਚ ਹੁੰਦਾ ਯਾਨੀ I2C। ਤੇ ਇਹ ਜਿਹੜੀ ਪਿੰਨ ਹੈ ਇਹ ਇੱਥੇ ਲਿਖਿਆ ਹੋਇਆ SCL, ਮਤਲਬ ਇਹ ਸੀਰੀਅਲ ਕਲੌਕ ਦੇ ਵਜੋਂ ਵਰਤਦੇ ਹਾਂ, ਤੇ SDA ਮਤਲਬ ਆ ਪਿੰਨ ਸੀਰੀਅਲ ਡਾਟਾ। ਤਾਂ ਇਹ ਪਿੰਨਾਂ ਦੇ ਰਾਹੀਂ ਆਪਾਂ ਜਿਹੜੇ TWI ਦੇ ਪ੍ਰੋਟੋਕੋਲ ਨੇ ਉਹ ਰਨ ਕਰਾਉਂਦੇ ਆ। ਜਿਹੜੇ ਬਾਕੀ ਆਰਡੂਇਨੋਜ਼ ਨੇ ਯਾਨੀ ਜਿਵੇਂ ਆ ਆਰਡੀਨੋ ਨੈਨੋ ਹੋ ਗਿਆ ਜਾਂ ਫਿਰ ਆ ESP32, ਇਹਨਾਂ ਦੇ ਵਿੱਚ ਵੀ ਆਰਡੀਨੋ 'ਚ ਤਾਂ ਜਮਾਂ ਹੀ ਸੇਮ ਪਿੰਨਾਂ ਹੁੰਦੀਆਂ ਨੇ, ਸਿਰਫ ਗਿਣਤੀ ਘੱਟਦੀ ਵੱਧਦੀ ਹੈ। ਜਿਵੇਂ ਨੈਨੋ 'ਚ ਘੱਟ ਨੇ ਪਿੰਸ, ਮੈਗਾ 'ਚ ਬਹੁਤ ਜ਼ਿਆਦਾ ਹੁੰਦੀਆਂ ਨੇ, ਪਰ ਜਿਹੜਾ ਆ ESP ਮੋਡਿਊਲ ਹੈ ਇਹਦੇ ਵਿੱਚ ਵੀ ਪਿੰਸ ਸਿਮਿਲਰ ਹੀ ਹੁੰਦੀਆਂ ਨੇ। ਤਾਂ ਜੇ ਆਪਾਂ ਬੇਸਿਕਲੀ ਇੱਕ ਨੂੰ ਸਮਝ ਲਈਏ ਤਾਂ ਬਾਕੀ ਸਾਰਿਆਂ ਨੂੰ ਸਮਝਣ 'ਚ ਕੋਈ ਪਰੇਸ਼ਾਨੀ ਜਾਂ ਤੰਗੀ ਨਹੀਂ ਹੋਊਗੀ। ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਇਸ ਚੈਨਲ ਤੇ ਹੋਰ ਵੀਡੀਓਜ਼ ਦੇਖ ਸਕਦੇ ਹੋ। ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਮਤਲਬ ਵਾਕਈ ਤੁਹਾਨੂੰ ਇਹ ਚੀਜ਼ 'ਚ ਬਹੁਤ ਇੰਟਰਸਟ ਹੈ, ਤੇ ਬੈਸਟ ਆਫ ਲੱਕ। ਤੁਸੀਂ ਅੱਗੇ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਕਰ ਸਕਦੇ ਹੋ। ਧੰਨਵਾਦ।